ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜ ਗਏ ਨੇ ਚੰਡੀਗੜ੍ਹ ਤੋਂ ਹਰ ਰੋਜ਼ ਦੀ ਤਰ੍ਹਾਂ ਸੁਸ਼ੀਲ ਦਸਾਂਝਰੀ। ਤੁਹਾਡੇ ਤੋਂ ਮਾफ़ੀ ਚਾਹੁੰਦੇ ਹਾਂ, ਕੋਈ ਟੈਕਨੀਕਲ ਖਰਾਬੀ ਚੰਡੀਗੜ੍ਹ ਵਾਲੇ ਪਾਸਿਓਂ ਲੇਟ ਹੋ ਗਿਆ ਥੋੜ੍ਹਾ ਜਿਹਾ ਪ੍ਰੋਗਰਾਮ, ਪਰ ਫਿਰ ਵੀ ਕਾਫੀ ਅਹਿਮ ਖਬਰਾਂ ਨੇ ਉੱਤੇ ਗੱਲਬਾਤ ਤੁਹਾਡੇ ਨਾਲ ਕਰਨੀ ਆ। ਸੋ ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ। ਜਿਵੇਂ ਹਰਜੀਤ ਗਿੱਲ ਹੋਣਾ ਦੱਸਿਆ, ਇੱਧਰ ਸਾਡੇ ਵਾਲੇ ਪਾਸੋਂ ਥੋੜੀ ਜਿਹੀ ਕੋਈ ਇੱਕ ਪ੍ਰੋਬਲਮ ਆ ਰਹੀ, ਹੁਣ ਹੱਲ ਹੋ ਗਈ ਹੈ। ਇੰਨਾ ਕੁ ਸਮਾਂ ਆਪਾਂ ਨੂੰ ਮਿਲਦਾ ਉਹਦੇ 'ਚ ਆਪਾਂ ਫਟਾਫਟ ਕੁਝ ਗੱਲਾਂ ਬਾਤਾਂ ਕਰ ਲੈਂਦੇ ਹਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ। ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਖਬਰ ਤਾਂ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਕਿ ਪੰਜਾਬ 'ਚ ਚੋਣਾਂ ਦਾ ਮਾਹੌਲ ਭਖ ਰਿਹਾ। ਇੱਕ ਲੜਾਈ ਵੀ ਵੱਡੀ ਹੋਈ ਦੱਸੀ ਜਾਂਦੀ ਆ ਲੁਧਿਆਣੇ। ਹਾਲਾਂ ਸ਼ੁਕਰ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਬਹੁਤ ਆਪਾਂ ਕਹਿੰਦੇ ਰਹੇ ਹਾਂ ਕਿ ਲੋਕ ਬਹੁਤ ਸੁਧਰ ਗਏ, ਹੁਣ ਉਹ ਕੰਮ ਨਹੀਂ ਹੋਣਗੇ, ਝਗੜੇ ਨਹੀਂ ਹੋਣਗੇ। ਅਤੇ ਇੱਕ ਵੱਡੀ ਖਬਰ ਬੈਂਸਾਂ ਵੱਲੋਂ ਆ ਗਈ, ਕਿਉਂਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆਪਣਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਉਹ ਹਮੇਸ਼ਾ ਇਸ ਤਰ੍ਹਾਂ ਆਪਣੇ ਆਪ ਨੂੰ ਧੜੱਲੇਦਾਰ ਲੀਡਰ ਸਾਬਤ ਕਰਨ ਲਈ ਹੀ ਇਹ ਸਾਰਾ ਕੁਝ ਕਰਦੇ ਆ। ਅਤੇ ਕੱਲ੍ਹ ਫਿਰ ਉਹਨਾਂ ਦੀ ਕਾਂਗਰਸ ਕੈਂਡੀਡੇਟ ਨਾਲ ਝਗੜਾ ਹੋਇਆ, ਜਿਹੜਾ ਉਹਨਾਂ ਦਾ ਕਦੀ ਬਹੁਤ ਨੇੜੇ ਦਾ ਦੋਸਤ ਹੁੰਦਾ ਸੀਗਾ। ਦੂਸਰੀ ਵੱਡੀ ਖਬਰ ਜਿਹੜੀ ਆ ਉਹ ਸੰਯੁਕਤ ਜਿਹੜਾ ਸਮਾਜ ਮੋਰਚਾ, ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ। ਇਹਨਾਂ ਦੋਵਾਂ ਦੇ ਸੰਦਰਭ 'ਚ ਆਪਾਂ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ, ਸਮਾਂ ਬਹੁਤ ਥੋੜ੍ਹਾ ਆਪਣੇ ਕੋਲ। ਜੀ ਦੇਖੋ, ਗੱਲ ਇਹ ਹੈ ਵੀ ਜਿੱਦਾਂ ਤੁਸੀਂ ਜ਼ਿਕਰ ਹੀ ਕਰ ਦਿੱਤਾ ਹੈ, ਜਿਹੜੇ ਸਿਮਰਜੀਤ ਸਿੰਘ ਬੈਂਸ ਜਾਂ ਉਹਨਾਂ ਦੇ ਬ੍ਰਦਰ ਨੇ, ਸਪੈਸ਼ਲੀ ਸਿਮਰਜੀਤ ਸਿੰਘ ਬੈਂਸ, ਉਹਨਾਂ ਦਾ ਰਾਜਨੀਤੀ ਦੇ ਵਿੱਚ ਆਉਣਾ, ਰਾਜਨੀਤੀ ਤੋਂ ਪਹਿਲਾਂ ਵੀ ਤੇ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਵੀ, ਉਹ ਮੁਨਸਰੀ ਇਸ ਗੱਲ ਤੇ ਕਰਦਾ ਹੈ ਕਿ ਉਹ ਬੜੇ ਅਗਰੈਸਿਵ ਕਿਸਮ ਦੀ ਉਹਨਾਂ ਦਾ ਜਿਹੜਾ ਬਿਹੇਵ ਹੈ, ਉਹਨਾਂ ਦਾ ਬਹੁਤ ਅਗਰੈਸਿਵ। ਤਹਿਸੀਲਦਾਰ ਕਾਂਡ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਇੱਕ ਤਹਿਸੀਲਦਾਰ ਕਾਂਡ ਬੜਾ ਵੱਡਾ ਕਾਂਡ ਸੀ। ਉਹਦੇ ਜਿਹੜਾ ਤਹਿਸੀਲਦਾਰ ਦੇ ਨਾਲ ਵੀ ਮਾਰ ਕੁਟਾਈ ਦਾ ਮਾਮਲਾ ਸੀ, ਉਹ ਸਿਮਰਜੀਤ ਸਿੰਘ ਬੈਂਸ ਹੋ ਰਹੀ ਸੀਗੇ ਉਦੋਂ। ਤੇ ਫਿਰ ਜਦੋਂ ਲੋਕ ਇਨਸਾਫ ਪਾਰਟੀ ਬਣਾ ਕੇ ਆਉਂਦੇ ਆ, ਦੋ ਹਲਕੇ ਹੈਗੇ ਆ, ਆਤਮਨਗਰ ਤੇ ਦੂਜਾ ਉਹਨਾਂ ਦੇ ਭਰਾ ਦਾ ਹਲਕਾ ਬਲਵਿੰਦਰ ਸਿੰਘ ਬੈਂਸ ਵਾਲਾ, ਜਿਹਦੇ ਚੋਂ 2 ਸੀਟਾਂ ਉਹ ਕੱਢ ਜਾਂਦੇ ਆ। ਉਹਨਾਂ ਨੇ ਆਪਣਾ ਇੱਕ ਸਟਾਈਲ ਹੈ, ਯਾਨੀ ਕਹਿ ਲਓ ਵੀ ਜੇ ਪਾਪੂਲਰ ਲੈਂਗੁਏਜ ਕਹਿਣਾ ਹੋਵੇ ਤਾਂ ਆਪਣੇ ਹਲਕੇ 'ਚ ਜਾਂ ਆਪਣੇ ਇਲਾਕੇ ਦੇ ਵਿੱਚ ਰੋਬਿਨ ਹੁੱਡ ਲੁੱਕ ਟਾਈਪ ਉਹਨਾਂ ਦਾ ਹੈ ਸਾਰਾ ਕੁਝ। ਵੀ ਹਾਂ, ਕਿਸੇ ਵੇਲੇ ਵੀ ਉਹ ਜਿਹੜੇ ਉਹਨਾਂ ਦੇ ਸਮਰਥਕ ਨੇ ਜਾਂ ਜਿਹੜੇ ਉਹਨਾਂ ਦੇ ਵੋਟਰ ਨੇ, ਜੇ ਉਹਨਾਂ ਨੂੰ ਕਿਸੇ ਵੇਲੇ ਵੀ ਕਾਲ ਕਰਦੇ ਨੇ 24 ਆਵਰ, ਉਹ ਹਾਜ਼ਰ ਰਹਿੰਦੇ ਨੇ। ਤੇ ਉਸ ਸਟਾਈਲ ਦੇ ਵਿੱਚ ਉਹ ਆਪਣੀ ਟੋਟਲ ਪੋਲਿਟਿਕਸ ਕਰਦੇ ਨੇ, ਅਗਰੈਸਿਵ ਕਿਸਮ ਦੀ। ਤੇ ਉਹਦੇ 'ਚ ਵਿਰੋਧ ਦੀ ਪੋਲਿਟਿਕਸ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ। ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਕਮਲਜੀਤ ਸਿੰਘ ਕੜਵਲ, ਇਹ ਇਹਨਾਂ ਦੇ ਬਿਲਕੁਲ ਬਹੁਤ ਨੇੜੇ ਦੇ ਮਿੱਤਰ ਬੇਲੀ ਹੁੰਦੇ ਸੀ, ਇਕੱਠਿਆਂ ਨੇ ਸਾਰਾ ਕੁਝ ਕੀਤਾ। ਹੁਣ ਉਹ ਕਾਂਗਰਸ ਪਾਰਟੀ ਦੇ ਚਲੇ ਗਏ ਸੀ ਤੇ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਹੈ। ਤੇ ਉਹ ਟਕਰਾਅ ਜਿਹੜਾ ਆ, ਕਿਉਂਕਿ ਸੁਭਾਅ ਵੀ ਇੱਕ ਦੂਜੇ ਦਾ ਜਾਣਦੇ ਹੁੰਦੇ ਆ, ਜਿਹੜੇ ਪੁਰਾਣੇ ਮਿੱਤਰ ਰਹੇ ਹੋਣ, ਤੇ ਉਹ ਵੀ ਜੇ ਤੁਸੀਂ ਮਿੱਤਰ ਹੋ ਤਾਂ ਤੁਹਾਡੇ ਸੁਭਾਅ ਵੀ ਰਲਦੇ ਆ। ਜਦੋਂ ਤੁਸੀਂ ਮਿੱਤਰਾਂ ਤੋਂ ਬਾਅਦ ਦੁਸ਼ਮਣ ਹੋ ਜਾਂਦੇ ਹੋ ਤੇ ਫਿਰ ਤੁਸੀਂ ਇੱਕ ਦੂਜੇ ਦੀ ਰਗ ਰਗ ਤੋਂ ਵਾਕਫ ਵੀ ਹੁੰਦੇ ਹੋ ਤੇ ਫਿਰ ਇੱਕੋ ਜਿਹਾ ਕਿਤੇ ਨਾ ਕਿਤੇ ਬਿਹੇਵ ਕਰਦੇ ਹੋ। ਸੋ ਇਹ ਦੋਨੋਂ ਜਿਹੜੇ ਲੋਕ ਨੇ, ਇਹ ਦੋਨੋਂ ਇਨਵੋਲਵ ਨੇ, ਇਹ ਨਹੀਂ ਵੀ ਕੋਈ ਇੱਕ ਜ਼ਿਆਦਾ ਇਨਵੋਲਵ ਹੈ ਦੂਜਾ ਘੱਟ ਹੈ, ਬਾਕੀ ਇਹਨਾਂ ਦੇ ਸਿੱਖ ਨੇ। ਤੇ ਪਰ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ, ਭਾਵੇਂ ਜਿਹੜਾ ਚੋਣ ਕਮਿਸ਼ਨ ਇਸ ਵੇਲੇ ਜਿਹੜਾ ਉਹ ਸਾਰਾ ਕੁਝ ਦੇਖ ਰਿਹਾ, ਪਰ ਫਿਰ ਵੀ ਅਲਟੀਮੇਟਲੀ ਸਰਕਾਰ ਤਾਂ ਹੁੰਦੀ ਹੈ, ਭਾਵੇਂ ਕੇਅਰਟੇਕਰ ਸਰਕਾਰ ਹੀ ਹੈ। ਤੇ ਪੁਲਿਸ ਨੇ ਜਿਹੜਾ ਜ਼ਿਆਦਾ ਐਕਸ਼ਨ ਕੀਤਾ, ਉਹ ਐਕਸ਼ਨ ਦੂਜੇ ਪਾਸੇ ਕੀਤਾ, ਯਾਨੀ ਸਿੰਘ ਬੈਂਸ ਤੇ ਉਹਨਾਂ ਦੇ ਹਮਾਇਤੀਆਂ ਤੇ ਕੱਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੇਰ ਸ਼ਾਮ ਦੀ ਇਹ ਖਬਰ ਸੀ। ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਉਹ ਮੇਰੇ ਕੋਲ ਹਾਲੇ ਜਾਣਕਾਰੀ ਨਹੀਂ ਹੈ। ਪਰ ਇਹ ਕੋਈ ਬਹੁਤੇ ਸ਼ੁਭ ਸੰਕੇਤ ਨਹੀਂ ਹੈ। ਪੰਜਾਬ ਦੇ ਵਿੱਚ ਇੱਕ ਪਾਸੇ ਗੁਰਮੀਤ ਰਾਮ ਰਹੀਮ ਨੂੰ ਰਿਹਾ ਕੀਤਾ ਗਿਆ, ਜਦੋਂ ਉਧਰੋਂ ਸਿਰਸਾ ਵਾਲਾ ਸਾਧ ਜਿਹੜਾ ਆ ਪੰਜਾਬ ਦੀਆਂ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਨ ਵਾਸਤੇ, ਇੱਕ ਤਾਂ ਉਧਰੋਂ ਚਿੰਤਾ ਬਣੀ ਹੋਈ ਹੈ ਕਿ ਕਿਤੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਜਾਵੇ ਜਿਹੜੀ ਘਟਨਾ ਪੰਜਾਬ ਦਾ ਸਾਰਾ ਮਾਹੌਲ ਖਰਾਬ ਕਰ ਦੇਵੇ। ਦੂਜਾ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਪੋਲੀਟੀਕਲੀ ਜਿਹੜੀਆਂ ਵਾਪਰ ਜਾਂਦੀਆਂ, ਜਿਸ 'ਚ ਉਮੀਦਵਾਰ ਨੇ ਤੇ ਉਹਨਾਂ ਦੇ ਹਮਾਇਤੀ ਆਪੋ ਵਿੱਚ ਹੀ ਟਕਰਾ ਜਾਂਦੇ ਨੇ, ਖੂਨ ਖਰਾਬੇ ਤੱਕ ਗੱਲ ਜਾਂਦੀ ਹੈ, ਗੋਲੀਆਂ ਚੱਲਦੀਆਂ, ਗੱਡੀਆਂ ਦੀ ਭੰਨਤੋੜ ਹੁੰਦੀ ਹੈ। ਇਹਦੇ ਨਾਲ ਸਥਿਤੀਆਂ ਜਿਹੜੀਆਂ ਵਿਗੜਨ ਦੀ ਸੰਭਾਵਨਾ ਰਹਿੰਦੀ ਹੈ। ਉਮੀਦ ਕਰਾਂਗੇ ਏਦਾਂ ਮਾਹੌਲ ਨਾ ਵਾਪਰਨ। ਜੀ
ਆਪਾਂ ਪੁਆਇੰਟ ਬਾਈ ਪੁਆਇੰਟ ਅੱਜ ਥੋੜਾ ਸ਼ਾਰਟ ਕਰ ਲਈਏ ਕਿਉਂਕਿ ਸਮਾਂ ਆਪਣੇ ਕੋਲ ਬਹੁਤ ਥੋੜਾ ਬਚਿਆ ਤੇ ਜਿਹੜੀਆਂ ਖਬਰਾਂ ਨੇ ਤੇ ਥੋੜੀ ਥੋੜੀ ਗੱਲ ਕਰ ਲਈਏ, ਅੱਜ ਵਿਸਥਾਰ 'ਚ ਬਹੁਤਾ ਨਾ ਜਾਈਏ ਆਪਾਂ। ਜਿਹੜੀ ਖਬਰ ਹੈ ਸੰਯੁਕਤ ਸਮਾਜ ਮੋਰਚੇ ਵੱਲੋਂ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਗਿਆ, ਉਹਦੇ ਜੇ ਤੁਹਾਡੇ ਕੋਲ ਪੁਆਇੰਟ ਹੋਣ ਤੇ ਆਪਾਂ ਉੱਤੇ ਗੱਲ ਕਰ ਸਕਦੇ। ਵੈਸੇ ਇੱਕ ਨਵੇਕਲੀ ਤਰ੍ਹਾਂ ਦਾ ਮੈਨੀਫੈਸਟੋ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਇੱਕ ਤਾਂ ਜਿਹੜਾ ਆ ਉਹ ਘੱਟੋ ਘੱਟ 90 ਦਿਨਾਂ ਦੀ ਅਸੀਂ ਗਰੰਟੀ ਕਰਾਂਗੇ ਜੇ ਅਸੀਂ ਪਾਵਰ ਚਾਹੁੰਦੇ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ ਚੱਲੇ। ਜਿਹੜਾ ਪਖੰਡ ਬਣ ਗਿਆ ਕਿ 1 ਦਿਨ 2 ਦਿਨ ਹੁੰਦਾ ਸੈਸ਼ਨ, ਵਿਧਾਨਕਾਰਾਂ ਦਾ ਜਿਹੜਾ ਕੰਮ ਆ ਉਹ ਹੁੰਦਾ ਹੀ ਨਹੀਂ, ਨਾ ਕੋਈ ਵਿਧਾਨ ਸਭਾ 'ਚ ਹਾਜ਼ਰੀ ਦਿੰਦਾ ਤੇ ਨਾ ਕੋਈ ਜਾਣਾ ਚਾਹੁੰਦਾ ਤੇ ਨਾ ਹੀ ਕੋਈ ਉੱਥੇ ਸਰਕਾਰਾਂ ਚਾਹੁੰਦੀਆਂ ਨੇ ਕਿ ਵਿਧਾਨਕਾਰ ਆਉਣ ਤੇ ਸਾਨੂੰ ਕੁਐਸਚਨ ਕਰਨ। ਸੋ ਉਹਦੇ ਤੋਂ ਜਿਹੜਾ ਸਮਾਜ ਮੋਰਚਾ ਉਹਨਾਂ ਨੇ ਕਿਹਾ ਕਿ 90 ਦਿਨ ਦਾ ਸੈਸ਼ਨ ਹੋਏਗਾ, ਯਕੀਨੀ ਬਣਾਵਾਂਗੇ ਕਿ 75% ਉਹਦੀ ਹਾਜ਼ਰੀ ਹੋਵੇ। ਇੱਕ ਇਹ ਮੱਦ ਚੰਗੀ ਲੱਗੀ ਲੋਕਾਂ ਨੂੰ, ਵੱਖਰੀ ਤਰ੍ਹਾਂ ਦੀ ਗੱਲ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਸਹੀ ਕੰਮ ਨਹੀਂ ਕਰਨਗੇ, ਲੋਕਾਂ ਨੂੰ ਅਧਿਕਾਰ ਮਿਲੇ ਉਹ ਵਾਪਸ ਉਹਨਾਂ ਨੂੰ ਬੁਲਾ ਸਕਣ। ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਵੋਟ ਪਰਸੈਂਟੇਜ ਜਿਹੜੀ ਆ ਉਹਦੇ ਹਿਸਾਬ ਨਾਲ ਨੋਮੀਨੇਸ਼ਨ ਜਿਹੜੀਆਂ ਉਹ ਲੈਣ ਦਾ ਵੀ ਇੱਕ ਵਿਚਾਰ ਰੱਖਿਆ ਕਿ 30% ਲੈ ਕੇ ਲੋਕ ਸੀਟ ਜਿੱਤ ਜਾਂਦੇ ਨੇ ਅਤੇ ਜਿਹੜੇ 70% ਲੋਕ ਨੇ ਉਹਦਾ ਵਿਰੋਧ ਕਰ ਰਹੇ ਹੁੰਦੇ ਆ। ਇਸ ਤਰ੍ਹਾਂ ਦੀਆਂ ਕੁਝ ਨਵੀਆਂ ਚੀਜ਼ਾਂ ਉਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਬਾਰੇ ਕੀ ਚੇਤਨਤਾ ਹੈ ਲੋਕਾਂ 'ਚ, ਲੋਕ ਇਹਨਾਂ ਚੀਜ਼ਾਂ ਨੂੰ ਓਨ ਕਰਨਗੇ ਜਾਂ ਸਿਰਫ ਇਹਨੂੰ ਇੱਕ ਕਿਸਮ ਦਾ ਆਈਡੀਅਲ ਪੱਤਰ ਮੰਨ ਕੇ ਲੋਕ ਸੁੱਟ ਦੇਣਗੇ ਪਾਸੇ? 2-3 ਗੱਲਾਂ ਹੋਰ ਹੈ ਕਿਉਂਕਿ ਤੁਸੀਂ 3-4 ਗੱਲਾਂ ਦੱਸਤੀਆਂ, 2-3 ਗੱਲਾਂ ਹੋਰ ਵੀ ਹੈ ਉਹਦੇ 'ਚ। ਇੱਕ ਤਾਂ ਇਹ ਵੀ ਮਤਲਬ ਫਲਾਂ ਤੇ ਸਬਜ਼ੀਆਂ ਸਮੇਤ ਸਾਰੀਆਂ ਫਸਲਾਂ ਤੇ MSP ਦੀ ਗੱਲ ਪਰ ਉਹਦੇ 'ਚ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਟੇਟ ਕਿਵੇਂ MSP ਦੀ ਗਰੰਟੀ ਲੈ ਸਕਦੀ ਆ। ਉਹਦੇ ਕੋਲ ਇੰਨੇ ਸਾਧਨ ਹੋਣਗੇ ਵੀ ਉਹ ਸਾਰੀਆਂ ਫਸਲਾਂ ਦੀ ਉਦਾਹਰਨ ਕਰ ਸਕਣ ਤੇ ਫਿਰ ਸਟੋਰੇਜ ਹੋਵੇ ਉਹਨਾਂ ਦੇ ਕੋਲ ਤੇ ਉਹਨਾਂ ਦੀ ਮਾਰਕੀਟ ਡਿਵੈਲਪ ਕਰ ਸਕਣ। ਇਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਦੇ ਤੇ ਚਰਚਾ ਕਰਨ ਵਾਲੀ ਲੋੜ ਹੈਗੀ ਆ ਵੀ ਸੂਬਾ ਜਿਹੜਾ ਆ, ਰਾਜ ਜਿਹੜਾ ਆ MSP ਦੀ ਗਰੰਟੀ ਜੇ ਕਰ ਸਕਦਾ ਹੋਵੇ ਤਾਂ ਫਿਰ ਜਿਹੜੀ FCI ਦਾ ਤਾਂ ਰੋਲ ਹੀ ਖਤਮ ਹੋ ਗਿਆ। ਇਹਦਾ ਮਤਲਬ ਜੇ ਉਹਨਾਂ ਨੇ ਕੋਈ ਦਿੱਤਾ ਉਹ ਲੌਜਿਕ ਵੀ ਮੈਨੂੰ ਲੱਗਦਾ ਦੀ ਵਿਆਖਿਆ ਵੀ ਹੋਣੀ ਚਾਹੀਦੀ ਹੈ ਵੀ ਕਿਵੇਂ MSP ਸੂਬਾ ਦੇ ਸਕਦਾ, ਰਾਜ ਕਿਵੇਂ ਦੇ ਸਕਦੀ ਹੈ, ਕਿਉਂਕਿ MSP ਦਾ ਜਿਹੜਾ ਕਨਸੈਪਟ ਹੈ ਉਹ ਤਾਂ FCI ਨੇ ਸਾਰਾ ਕੰਮ ਕਰਨਾ, ਕੇਂਦਰੀ ਏਜੰਸੀ ਹੈ FCI। ਤੇ ਦੂਜਾ ਉਹਨਾਂ ਨੇ ਕਿਹਾ ਪਾਕਿਸਤਾਨ ਦੇ ਨਾਲ ਜਿਹੜਾ ਨਾ ਉਹ ਵਪਾਰ ਖੋਲਣ ਦੀ ਗੱਲ ਕੀਤੀ ਹੈ, ਖੋਲਣਾ ਚਾਹੀਦਾ। ਇਹ ਗੱਲ ਬਹੁਤ ਸਾਰੇ ਸਿਆਸਤਦਾਨ ਉੱਦਾਂ ਵੀ ਕਹਿੰਦੇ ਆ, ਪਰ ਇਹ ਵੀ ਸਿੱਧੇ ਤੌਰ ਦੇ ਉੱਤੇ ਸੈਂਟਰ ਸਰਕਾਰ ਦਾ ਮਾਮਲਾ ਹੈ। ਜੇ ਇੰਡੀਅਨ ਗਵਰਨਮੈਂਟ ਇਹਦੇ ਲਈ ਮਨਜ਼ੂਰ ਕਰੇਗੀ ਸਾਰੀਆਂ ਚੀਜ਼ਾਂ, ਮਤਲਬ ਕੋਈ ਸੂਬਾ ਤਾਂ ਖੋਲ ਨਹੀਂ ਸਕਦਾ ਕਿਸੇ ਦੂਜੇ ਮੁਲਕ ਦੇ ਨਾਲ ਵਪਾਰ, ਪਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਰਾਂਗੇ। ਹੋ ਸਕਦਾ ਫਿਰ ਉਹਦੇ 'ਚ ਇਹ ਹੋਵੇ ਵੀ ਅਸੀਂ ਇਹਦੀ ਡਿਮਾਂਡ ਕਰਾਂਗੇ ਜਾਵਾਂਗੇ ਜਾਂ ਕੋਸ਼ਿਸ਼ ਕਰਾਂਗੇ, ਪਰ ਕੋਈ ਸੂਬੇ ਦੀ ਸਰਕਾਰ, ਮੇਰਾ ਖਿਆਲ ਤੁਹਾਨੂੰ ਜ਼ਿਆਦਾ ਪਤਾ ਹੋਣਾ ਵੀ ਡਾਇਰੈਕਟ ਕਿਸੇ ਹੋਰ ਮੁਲਕ ਦੇ ਨਾਲ ਕੋਈ ਵਪਾਰ ਤਾਂ ਜਿਹੜਾ ਓਪਨ ਨਹੀਂ ਕਰ ਸਕਦੀ, ਉਹ ਤਾਂ ਕੇਂਦਰ ਸਰਕਾਰ ਦਾ ਇਹ ਮਾਮਲਾ ਆ। ਤੇ ਇਦਾਂ ਦੀਆਂ 1-2 ਗੱਲਾਂ ਹੋਰ ਵੀ ਨੇ। ਓਵਰਆਲ ਵੈਸੇ ਜਿੱਦਾਂ ਤੁਸੀਂ ਕਿਹਾ ਗੱਲ ਕੀਤੀ ਹੈ ਜੀ ਉਹਨਾਂ, ਪਰ ਨੈਸ਼ਨਲ ਹਾਈਵੇ ਜਿਹੜੇ ਆ ਉਹ ਵੀ ਸਾਰੇ ਕੇਂਦਰ ਸਰਕਾਰ ਦੇ ਅਧੀਨ ਆਉਂਦੇ, ਉਹਨਾਂ ਦੀ ਮੇਨਟੇਨੈਂਸ ਤੇ ਉਹਨਾਂ ਨੂੰ ਬਣਾਉਣ ਦਾ ਕੰਮ। ਹਾਂ ਬਿਲਕੁਲ, ਉਹ ਜਿਹੜਾ ਇਹ 3 ਗੱਲਾਂ ਜਿਹੜੀਆਂ ਥੋੜੀਆਂ ਵੱਖਰੀਆਂ ਮੈਂ ਤੁਹਾਨੂੰ ਦੱਸ ਰਿਹਾ, ਤੀਜੀ ਗੱਲ ਤੁਸੀਂ ਵਿੱਚ ਜੋੜਤੀ ਵੀ ਇਹ ਸਿੱਧੇ ਤੌਰ ਦੇ ਉੱਤੇ ਨੈਸ਼ਨਲ ਹਾਈਵੇ ਅਥਾਰਟੀ ਦਾ ਕੰਮ ਹੈ ਵੀ ਨੈਸ਼ਨਲ ਹਾਈਵੇ ਜਿਹੜੇ ਆ ਉਹਦੇ ਟੋਲ ਫ੍ਰੀ ਕਰਨੇ ਜਿਹੜੇ ਪੰਜਾਬ 'ਚ ਪੈ ਜ਼ਰੂਰ ਹੈ। ਪੰਜਾਬ ਸਰਕਾਰ ਕੋਈ ਸਪੈਸ਼ਲ ਕੋਈ ਮਤਲਬ ਅਸੈਂਬਲੀ ਦੇ ਵਿੱਚ ਪਾਸ ਕਰ ਦੇਵੇ, ਕੋਈ ਏਦਾਂ ਦਾ ਕੋਈ ਰੈਜ਼ੋਲੂਸ਼ਨ ਲੈ ਆਵੇ ਵੀ ਅਸੀਂ ਨਹੀਂ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਜਿਹੜੇ ਚੱਲਣ ਦੇਣੇ, ਤਾਂ ਸ਼ਾਇਦ ਉਹ ਕਰ ਵੀ ਸਕਦੀ ਹੋਵੇ। ਮਤਲਬ ਕੋਈ ਹੋ ਸਕਦਾ ਇਹਦੀ ਕੋਈ ਮਦਦ ਹੋਵੇ। ਡਿਵੈਲਪਮੈਂਟ ਫੰਡ ਰੋਕ ਦੇਣਗੇ ਸਰ, ਜਿਹੜਾ ਮੇਨਟੇਨੈਂਸ ਦਾ ਫੰਡ ਭੇਜਦੇ ਆ ਜਾਂ ਕੁਝ ਹੋਰ ਕਰਦੇ ਆ ਟਰਾਈ ਵੱਲੋਂ, ਜਿਹੜਾ ਉਹਨਾਂ ਵੱਲੋਂ ਸੌਰੀ ਜਿਹੜੀ ਹੈਗੀ ਆ ਹਾਈਵੇ ਅਥਾਰਟੀ ਵੱਲੋਂ, ਤੇ ਫਿਰ ਉਹ ਫੰਡ ਬੰਦ ਹੋ ਜਾਣਗੇ। ਜੀ ਜੀ। ਅੱਛਾ, ਇਸ ਤੋਂ ਇਲਾਵਾ ਵੀ ਕਈ ਗੱਲਾਂ ਮੈਂ ਪਹਿਲਾਂ ਸ਼ਬਦ ਵਰਤਿਆ ਸੀ ਕਿ ਕੀ ਲੋਕ ਇਹਨੂੰ ਸੀਰੀਅਸਲੀ ਲੈਣਗੇ ਜਾਂ ਆਈਡੀਅਲ ਸਮਝ ਕੇ ਉਹਨੂੰ ਰੱਦ ਕਰ ਦੇਣਗੇ ਵੀ ਇਹ ਤਾਂ ਕਰਕੇ ਇਹੋ ਜਿਹਾ ਮੈਨੀਫੈਸਟੋ ਲਿਆਂਦਾ ਗਿਆ ਕਿ ਕਿਉਂਕਿ ਉਹ ਜਿੱਤ ਕੇ ਪਾਵਰ ਵਿੱਚ ਸਰਕਾਰ ਤੇ ਬਣਾ ਨਹੀਂ ਰਹੇ, ਲੱਗਦਾ ਨਹੀਂ ਲੋਕਾਂ ਨੂੰ, ਤੇ ਫਿਰ ਤੇ ਜੋ ਮਰਜ਼ੀ ਕਹਿ ਦਿਓ ਲੋਕਾਂ ਨੂੰ ਉਸੇ ਤਰ੍ਹਾਂ ਹੀ ਜਿੱਦਾਂ ਹੁਣ BJP ਕਰ ਰਹੀ ਹੈ। BJP ਦਾ ਵੀ ਮੈਨੀਫੈਸਟੋ ਆ ਗਿਆ ਤੇ ਉੱਥੇ ਕਹਿੰਦੇ ਆ ਕੈਪਟਨ ਸਾਹਿਬ ਵੀ ਨਾਲ ਬੈਠੇ ਸੀ ਮੈਨੀਫੈਸਟੋ ਰਿਲੀਜ਼ ਕਰਨ ਲਈ, ਤੇ ਇੱਕ ਪਾਸੇ ਕਹਿ ਰਿਹਾ ਕਿ ਮੈਂ 17 'ਚ ਕੀਤੇ ਵਾਅਦੇ 92% ਪੂਰੇ ਕਰ ਦਿੱਤੇ, ਜਿਹਦੇ ਵਿੱਚ ਵੱਡਾ ਮੁੱਦਾ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਸੀ
ਤੇ ਅੱਜ ਨਵੇਂ ਸਿਰੇ ਤੋਂ ਉੱਥੇ ਮੈਨੀਫੈਸਟੋ 'ਚ ਕਿਹਾ ਗਿਆ ਕਿ 5 ਏਕੜ ਵਾਲੇ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਹੋਣਗੇ। ਆਵੇ ਜੇ ਕਰਜ਼ੇ ਮਾਫ ਕਰਤੇ ਕੈਪਟਨ ਅਮਰਿੰਦਰ ਨੇ, ਤੇ ਹੋਰ ਕਿਹੜੇ ਕਰਜ਼ੇ ਮਾਫ ਕਰਨੇ ਉਹਨਾਂ ਨੇ? ਮਤਲਬ ਇਹ ਡਰਾਮੇਬਾਜ਼ੀ ਜੀ ਜਿਹੜੀ ਚੱਲ ਰਹੀ ਹੈ ਇੱਥੇ। ਹੋਰ ਵੀ ਬਹੁਤ ਕੁਝ ਕਿਹਾ ਭਾਰਤੀ ਜਨਤਾ ਪਾਰਟੀ ਨੇ ਜੀ। ਹਰ ਪਿੰਡ ਦੇ ਵਿੱਚ ਹਰ ਘਰ ਦੇ ਉੱਤੇ ਪੱਕੀ ਛੱਤ ਹੋਏਗੀ, ਬੜਾ ਕੁਝ। ਦੇਖੋ ਕਹਿਣ ਨੂੰ ਕੀ ਆ, ਮੈਨੂੰ ਕੋਈ ਪੁੱਛਦਾ ਸੀ ਜਦੋਂ ਇਹ ਮੈਨੀਫੈਸਟੋ ਆਇਆ, ਉਦੋਂ ਮੈਂ ਕਿਤੇ ਬਾਹਰ ਸੀ, ਕਿਸੇ ਮਤਲਬ ਆਪਣੇ ਦੋਸਤ ਕੋ ਬੈਠਾ ਸੀ। ਮੈਂ ਉਹਨੂੰ ਕਿਹਾ ਵੀ ਇਹ ਕਹਿਣ ਨੂੰ ਕੀ ਆ? ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਓ, ਕਹਿਣ ਨੂੰ ਤਾਂ ਫਿਰ ਹਾਲੇ ਤੱਕ ਤਾਂ 15 ਲੱਖ ਰੁਪਏ ਕਿਸੇ ਦੇ ਅਕਾਊਂਟ 'ਚ ਆਇਆ ਹੀ ਨਹੀਂ, ਨਾ ਹੀ ਹਰ ਸਾਲ ਜਨਰੇਟ ਹੋਈਆਂ 2 ਕਰੋੜ ਨੌਕਰੀਆਂ। ਉਸ ਹਿਸਾਬ ਦੇ ਨਾਲ ਤਾਂ ਜਿੱਦਾਂ ਨਰਿੰਦਰ ਮੋਦੀ ਹੋਰਾਂ ਨੇ ਗੱਲਾਂ ਕਹੀਆਂ, ਇਸ ਵੇਲੇ 16 ਕਰੋੜ ਨੌਜਵਾਨ ਜਿਹੜੇ ਆ ਉਹ ਨਵੇਂ ਉਹ ਰੁਜ਼ਗਾਰ 'ਚ ਹੁੰਦੇ, ਉਹ ਤਾਂ ਕੀ ਹੋਣਾ ਸੀ, 5 ਕਰੋੜ ਰੁਜ਼ਗਾਰ ਖੋਲਿਆ ਗਿਆ। ਸੋ ਕਹਿਣ ਦੀ ਗੱਲਾਂ ਹੈ, ਇਹ 'ਚ ਕਿਹੜੀ ਗੱਲ ਹੈ? ਇਹ ਲੋਕ ਵੈਸੇ ਭਾਰਤੀ ਜਨਤਾ ਪਾਰਟੀ ਦੇ ਤਾਂ ਕੋਈ ਯਕੀਨ ਨਹੀਂ ਇਸ ਵੇਲੇ ਪੰਜਾਬ 'ਚ। ਦੂਜੀ ਗੱਲ, ਜਿਹੜਾ ਭਾਰਤੀ ਜਨਤਾ ਪਾਰਟੀ ਦੇ ਗੁਰਮੀਤ ਰਾਮ ਰਹੀਮ ਵਾਲਾ ਜਿਹੜਾ ਕੰਮ ਕੀਤਾ ਨਾ ਜੀ, ਦੇਖੋ ਲੋਕ ਇਹ ਕਰਦੇ ਨੇ ਲਾਭ ਵਾਸਤੇ ਵੀ ਹਾਂ ਸਾਨੂੰ ਲਾਭ ਮਿਲ ਜਾਊਗਾ। ਮੈਨੂੰ ਲੱਗਦਾ ਕਿ ਇਹਦਾ ਉਲਟ ਅਸਰ ਪੈ ਰਿਹਾ ਪੰਜਾਬ ਦੇ ਵਿੱਚ। ਇੱਕ ਤਾਂ ਪਹਿਲੇ ਬੀਜੇਪੀ ਦੇ ਪ੍ਰਤੀ ਇੱਕ ਹੇਟ ਕ੍ਰੀਏਟ ਹੋ ਚੁੱਕੀ ਹੈ, ਦੂਜਾ ਆਹ ਕਾਂਡ ਕਰਕੇ ਉਹਨਾਂ ਨੇ ਆਪਣੇ ਚਿੱਤੋਂ ਉਹਨਾਂ ਨੇ ਤਾਂ ਬਹੁਤ ਮਾਸਟਰ ਸਟ੍ਰੋਕ ਖੇਡਿਆ, ਪਰ ਇਹ ਰਿਵਰਸ ਹੋ ਗਿਆ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿੰਨੀ ਕੁ ਮੇਰੀ ਚਰਚਾ ਹੋਈ ਆ ਲੋਕਾਂ ਦੇ ਨਾਲ, ਤੇ ਉਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਸਟੈਪ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਸਗੋਂ ਆਪਣਾ ਨੁਕਸਾਨ ਕਰ ਲਿਆ। ਇਹ ਠੀਕ ਹੈ, ਹੋ ਸਕਦਾ ਕੋਈ ਵੋਟ ਪਰਸੈਂਟ ਵੱਧ ਜਾਵੇ, ਪਰ ਓਵਰਆਲ ਇਹਦੇ ਨਾਲ ਨਫ਼ਰਤ ਹੋਰ ਵਧੀ ਹੈ ਬੀਜੇਪੀ ਦੇ ਪ੍ਰਤੀ। ਵੀ ਕਿਸੇ ਬਲਾਤਕਾਰੀ ਨੂੰ, ਕਿਸੇ ਕਾਤਲ ਨੂੰ ਤੁਸੀਂ ਇਦਾਂ ਦੀਆਂ ਸਹੂਲਤਾਂ ਦੇ ਰਹੇ ਹੋ, ਰਿਲੈਕਸੇਸ਼ਨ ਦੇ ਰਹੇ ਹੋ, ਤੇ ਦਵਿੰਦਰਪਾਲ ਭੁੱਲਰ ਦਾ ਮਾਮਲਾ ਸਾਹਮਣੇ ਖੜਾ, ਉੱਥੇ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਮਿਲ ਰਹੀ, ਜਦਕਿ ਉਹਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਉਹਦੇ ਚ ਅਰਵਿੰਦ ਕੇਜਰੀਵਾਲ ਵੀ ਕਰ ਰਹੇ ਆ। ਸੋ ਇਹ ਸਾਰਾ ਕੁਝ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਪੋਲੀਟੀਸਾਈਜ਼ ਹੈ, ਉਹਦੇ ਚ ਹਰ ਪੋਲੀਟੀਕਲ ਧਿਰ ਜਿਹੜੀ ਆ ਆਪਣੀ ਆਪਣੀ ਗੋਟੀ ਫਿੱਟ ਕਰਦੀ ਹੈ, ਪਰ ਕਈ ਵਾਰੀ ਗੋਟੀਆਂ ਫਿੱਟ ਕੀਤੀਆਂ ਤੁਹਾਡੇ ਖਿਲਾਫ ਜਿਹੜੀਆਂ ਵਰਤੀਆਂ ਜਾਂਦੀਆਂ ਜੀ। ਅੱਛਾ, ਕੈਪਟਨ ਸਾਹਿਬ ਨੇ ਤੇ ਇੱਕ ਬਿਆਨ ਇਹ ਵੀ ਦੇ ਦਿੱਤਾ ਜੀ ਕਿ ਚੰਨੀ ਕਾਬਲ ਹੀ ਨਹੀਂ ਆ ਸੀਐਮ ਦੇ। ਪਹਿਲਾਂ ਉਹ ਕਹਿੰਦੇ ਸੀ ਮੈਂ ਸਿੱਧੂ ਨੂੰ ਨਹੀਂ ਬਣ ਦੇਣਾ ਕਿਉਂਕਿ ਉਹ ਨਰੈਕ ਆ, ਉਹ ਕਾਬਲ ਨਹੀਂ ਆ, ਉਹਦੇ ਕੋਲ ਤੇ ਇੱਕ ਮਹਿਕਮਾ ਨਹੀਂ ਚੱਲਿਆ, ਉਹ ਸੀਐਮ ਕਿੱਦਾਂ ਚਲਾਊਗਾ। ਤੇ ਹੁਣ ਉਹਨਾਂ ਚੰਨੀ ਨੂੰ ਵੀ ਰਿਜੈਕਟ ਕਰਤਾ ਵੀ ਉਹ ਵੀ ਕਾਬਲ ਨਹੀਂ ਆ। ਤੇ ਫਿਰ ਕਾਬਲ ਵਿਅਕਤੀ ਤੇ ਆਪਾਂ ਨੂੰ ਕਿਤੇ ਬਾਹਰੋਂ ਲਿਆਉਣਾ ਪੈਣਾ। ਠੀਕ ਆ, ਫਿਰ ਕੇਜਰੀਵਾਲ ਆ ਰਹੇ ਆ ਬਾਹਰ ਤੋਂ। ਨਹੀਂ ਕਿ ਕਾਬਲ ਤਾਂ ਫਿਰ ਦਾ ਮਤਲਬ ਮੈਂ ਹੀ ਸੀ, ਮੈਨੂੰ ਹਟਾ ਦਿੱਤਾ ਤੁਸੀਂ, ਹੋਰ ਤਾਂ ਕੋਈ ਕਾਬਲ ਹੀ ਹੈ ਨਹੀਂ। ਤੇ ਜੇ ਤੁਸੀਂ ਕਿਤੇ ਬਾਹਰ ਤੋਂ, ਤੇ ਹੁਣ ਇਹ ਤਾਂ ਭਗਵੰਤ ਮਾਨ ਹੋਰੀ ਸੋਚਣ ਵੀ ਜਿਹੜੇ ਸਰਵੇ ਆ ਰਹੇ ਆ, ਉਸੇ ਸਰਵੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਪੱਖ ਚ ਆ ਰਹੇ ਆ। ਮਤਲਬ 20 ਦੇ ਕਰੀਬ 20-30 ਦੇ ਕਰੀਬ ਸਰਵੇ ਆ ਚੁੱਕੇ ਆ ਹੁਣ ਤੱਕ। ਸੋਸ਼ਲ ਮੀਡੀਆ ਦੇ ਵੱਖਰੇ ਸਰਵੇ ਆ। ਹੁਣ ਸੀਟਾਂ ਸਾਰੇ ਸਰਵੇ ਜਿਹੜੇ ਆ ਜਿੱਤਣ ਜੋਗੀਆਂ ਸੀਟਾਂ ਦੱਸ ਰਹੇ ਆ। ਜਿਹੜਾ ਲੇਟੈਸਟ ਸਰਵੇ GTV ਦਾ ਆ, ਉਹਨੂੰ ਮੈਂ ਦੇਖ ਰਿਹਾ ਸੀ, ਜਿਹੜੇ ਪਹਿਲਾਂ 60-65 ਸੀਟਾਂ ਸੀ, ਹੁਣ ਉਹ ਵੀ ਮਸਾਂ ਹੀ ਉੱਥੇ ਕਿ ਲਿਆ ਰਹੇ ਕਿ ਉਹ ਸਰਕਾਰ 1-2 ਸੀਟਾਂ ਵੱਧ ਘੱਟ ਕਾਂਗਰਸ ਨਾਲੋਂ। ਉਹ ਯਾਰ ਨਾ ਫਿਰ ਜੇ ਇਹਨੂੰ ਸੱਚ ਮੰਨ ਲਈਏ, ਉਹਦੇ ਚ ਜੇ ਮਤਲਬ 3% ਪਲੱਸ ਮਾਈਨਸ ਵੀ ਕਹਿੰਦੇ ਹੁੰਦੇ ਆ, ਜੋ 3% ਇਹ ਮਾਈਨਸ ਹੋ ਗਿਆ ਤੇ ਫਿਰ ਤਾਂ ਸਰਕਾਰ ਜੋਗੇ ਵੀ ਨਹੀਂ ਰਹਿਣੇ। ਤੇ ਇਸ ਕਰਕੇ ਨਾ ਇਹ ਸਰਵੇ ਜਿਹੜੇ ਆ ਨਾ, ਮੈਂ ਦੇਖ ਰਿਹਾ ਪਿਛਲੇ 15-20 ਸਾਲ ਤੋਂ ਜਿੰਨੇ ਵੀ ਓਪੀਨੀਅਨ ਪੋਲ ਹੈ, ਉਹਦਾ 95% ਜਿਹੜੇ ਆ ਉਹ ਬਿਲਕੁਲ ਜਿਹੜੇ ਆ ਉਹ ਸਹੀ ਸਾਬਤ ਨਹੀਂ ਹੁੰਦੇ, ਉਹਦੇ ਤੋਂ ਉਲਟ ਨਤੀਜੇ ਆਉਂਦੇ ਆ। ਵੈਸੇ ਆਪਾਂ ਕਹਿ ਰਹੇ ਸੀ ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ ਕਿ ਕੁਝ ਇੱਕ ਡੇਟ ਫਿਕਸ ਕੀਤੀ, ਉਹ ਤੋਂ ਪਹਿਲਾਂ ਨਹੀਂ ਆ ਸਕਦੇ, ਫਿਰ ਇਹ ਕਿੱਦਾਂ ਆਉਣੇ ਸ਼ੁਰੂ ਹੋ ਗਏ ਜੀ ਦੁਬਾਰਾ? ਨਹੀਂ, ਮੇਰੇ ਖਿਆਲ ਅੱਜ ਮੇਰੇ ਖਿਆਲ 9 ਤਰੀਕ ਹੈ, 10 ਤਰੀਕ ਤੋਂ ਹੈ, 10 ਤਰੀਕ ਤੱਕ ਲਾਸਟ ਸਰਵੇ ਮੇਰਾ ਖਿਆਲ ਹੈ। ਅੱਛਾ, 10 ਤਰੀਕ ਤੱਕ, 10 ਫਰਵਰੀ ਤੱਕ। ਉਸ ਤੋਂ ਬਾਅਦ ਸਰਵੇ ਜਿਹੜਾ ਕੋਈ ਨਹੀਂ ਆ ਸਕਦਾ। ਸ਼ਾਇਦ ਇੱਕ ਅੱਧਾ ਸਰਵੇ ਅੱਜ ਆ ਜਾਵੇ, ਤੇ ਉਸ ਤੋਂ ਬਾਅਦ ਨਹੀਂ ਹੈ। ਤੇ ਉਸ ਤੋਂ ਬਾਅਦ ਐਗਜ਼ਿਟ ਪੋਲ ਵੀ ਨਹੀਂ ਹੈ। ਮਤਲਬ ਇਹ ਨਹੀਂ ਹੈ ਕਿ 20 ਤਰੀਕ ਨੂੰ ਪੰਜਾਬ ਚੋਣਾਂ ਪੈ ਗਈਆਂ ਤੇ 20 ਤਰੀਕ ਨੂੰ ਸ਼ਾਮੀ 6 ਵਜੇ ਐਗਜ਼ਿਟ ਪੋਲ ਸ਼ੁਰੂ ਹੋ ਜਾਊਗਾ। ਐਗਜ਼ਿਟ ਪੋਲ 7 ਮਾਰਚ ਨੂੰ, ਐਗਜ਼ਿਟ ਪੋਲ ਜਦੋਂ ਸਾਰੀ ਇਲੈਕਸ਼ਨ ਬਾਕੀ ਸੂਬੇ ਖਤਮ ਹੋ ਜਾਏਗੀ 7 ਮਾਰਚ ਨੂੰ, ਉਦੋਂ ਐਗਜ਼ਿਟ ਪੋਲ ਹੋਏਗਾ ਜੀ। ਅੱਛਾ, ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ
ਆਪਣਾ ਅਸਲੀ ਚਿਹਰਾ ਫੇਰ ਲਿਆਂਦਾ ਸਾਹਮਣੇ। ਜਿੱਦਾਂ ਉਹ ਬੜੇ ਅਗਰੈਸਿਵ ਹੋ ਕੇ ਬੋਲਦੇ ਸੀ, ਉਹਨਾਂ ਕਾਂਗਰਸ ਤੇ ਬੜੇ ਵੱਡੇ ਹਮਲੇ ਕੀਤੇ ਆ। ਉਹਦੇ ਵਿੱਚ ਉਹਨਾਂ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤੇ ਭਾਰਤ ਵਿੱਚ ਆਹ ਚੀਜ਼ਾਂ ਨਾ ਹੁੰਦੀਆਂ, ਭਾਰਤ 'ਚ ਭ੍ਰਿਸ਼ਟਾਚਾਰ ਨਾ ਹੁੰਦਾ, ਭਾਰਤ ਦੇ ਮੱਥੇ ਐਮਰਜੈਂਸੀ ਦਾ ਕਲੰਕ ਨਾ ਲੱਗਦਾ, ਸਿੱਖ ਨਸਲਕੁਸ਼ੀ ਨਾ ਹੁੰਦੀ, ਕਸ਼ਮੀਰੀ ਪੰਡਤਾਂ ਨੂੰ ਆਪਣਾ ਦੇਸ਼ ਛੱਡ ਕੇ ਨਾ ਜਾਣਾ ਪੈਂਦਾ। ਮਤਲਬ ਉਹਨਾਂ ਨੇ ਜੋ ਦੁਨੀਆ ਭਰ ਦੇ ਇਲਜ਼ਾਮ ਆ ਤੇ ਉਹ ਸਾਰੇ ਕਾਂਗਰਸ ਤੇ ਮੁੜ ਤੋਂ ਥੱਪ ਦਿੱਤੇ ਤੇ ਕਾਂਗਰਸ ਨੇ ਕੀਤਾ ਬਾਈਕਾਟ ਤੇ ਵਾਕਆਊਟ ਕਰ ਗਏ। ਦੇਖੋ ਹੈ ਵੀ ਜੋ ਮਰਜ਼ੀ ਕਹੀ ਜਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੈਰਲਲ ਕੀ ਹੋ ਰਿਹਾ ਹੈ। ਮਤਲਬ ਜੇ ਐਮਰਜੈਂਸੀ ਦੇ ਆਪਾਂ ਜ਼ਿਕਰ ਕਰ ਲੈਂਦੇ ਹਾਂ, ਉਹ ਕਹਿੰਦੇ ਵੀ ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਜਿਹੜੀ ਆ ਉਹਦਾ ਕਲੰਕ ਨਾ ਲੱਗਦਾ। ਜੇ ਕਾਂਗਰਸ ਨਾ ਹੁੰਦੀ, ਜੇ ਨਰਿੰਦਰ ਮੋਦੀ ਹੀ ਹੁੰਦੇ ਉਦੋਂ ਇੰਦਰਾ ਗਾਂਧੀ ਦੀ ਥਾਂ ਦੇ ਉੱਤੇ, ਸ਼ਾਇਦ ਐਮਰਜੈਂਸੀ ਤੋਂ ਵੀ ਜ਼ਿਆਦਾ ਖਤਰਨਾਕ ਹਾਲਾਤ ਬਣਾ ਦਿੰਦੇ, ਕਿਉਂਕਿ ਉਹਨਾਂ ਨੇ ਮੌਜੂਦਾ ਜਿਹੜਾ ਉਹਨਾਂ ਦਾ ਰਾਜਕਾਜ ਹੈ ਜਾਂ ਕਾਰਜਕਾਲ ਹੈ 8 ਸਾਲਾਂ ਦਾ, ਉਹਦੇ 'ਚ ਹਾਲਾਤ ਇੱਦਾਂ ਦੇ ਪੈਦਾ ਕਰ ਦਿੱਤੇ ਆ ਜਿਹੜੇ ਸ਼ਾਇਦ ਐਮਰਜੈਂਸੀ ਤੋਂ ਵੀ ਖਤਰਨਾਕ ਹੈ, ਜਿਹਨੂੰ ਅਸੀਂ ਅਨਡਿਕਲੇਅਰਡ ਐਮਰਜੈਂਸੀ ਕਹਿੰਦੇ ਹਾਂ। ਜੇ ਨਰਿੰਦਰ ਮੋਦੀ ਅਨਡਿਕਲੇਅਰਡ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਸਕਦੇ ਆ ਤੇ ਉਸ ਦੌਰ 'ਚ ਮੰਨ ਲਈਏ ਸੱਚਮੁੱਚ ਨਰਿੰਦਰ ਮੋਦੀ ਹੀ ਪ੍ਰਾਈਮ ਮਿਨਿਸਟਰ ਹੁੰਦੇ ਤਾਂ ਫਿਰ ਕਿੱਦਾਂ ਦੇ ਹਾਲਾਤ ਉਹ ਪੈਦਾ ਕਰਦੇ। ਇਹ ਹੁਣ ਗੱਲਾਂ ਕਰਨ ਜੋ ਮਰਜ਼ੀ ਕਹੀ ਜਾਣ, ਤੁਸੀਂ ਕਿਸੇ ਨੂੰ ਕਹੀ ਜਾਓ, ਠੀਕ ਆ। ਮੈਂ ਵੀ ਮੰਨਦਾ ਵੀ ਭਾਰਤ ਦੀਆਂ ਤਮਾਮ ਜਿਹੜੀਆਂ ਮੁਸੀਬਤਾਂ ਨੇ ਉਹਦੇ 'ਚ ਰਾਜਨੀਤੀ ਹੀ ਲਾਜ਼ਮੀ ਤੌਰ ਦੇ ਉੱਤੇ ਉਹਦੇ ਲਈ ਜ਼ਿੰਮੇਵਾਰ ਹੈ, ਜਿਹੜੀ ਸੱਤਾ ਦੀ ਸਿਆਸਤ ਜ਼ਿੰਮੇਵਾਰ ਹੈ। ਤੇ ਇਹ 75 ਸਾਲਾਂ ਦੀ ਆਜ਼ਾਦੀ 'ਚ ਸੱਤਾ ਜਿਹਦੇ ਕੋਲ ਵੀ ਰਹੀ ਹੈ, ਉਹਦੇ 'ਚ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਜ਼ਮੀ ਤੌਰ ਤੇ ਉਹਨੇ ਜ਼ਿਆਦਾ ਸਮਾਂ ਰਾਜ ਕੀਤਾ ਤੇ ਇਸ ਕਰਕੇ ਜ਼ਿਆਦਾ ਜ਼ਿੰਮੇਵਾਰ ਉਹੀ ਹੈ। ਪਰ ਇਹ ਵੀ ਘੱਟ ਜ਼ਿੰਮੇਵਾਰ ਨਹੀਂ ਹੈ। ਇਹਨਾਂ 75 ਸਾਲਾਂ ਦੇ ਵਿੱਚ ਯੂਨਾਈਟਿਡ ਫਰੰਟ ਦੀਆਂ ਸਰਕਾਰਾਂ ਵੀ ਆਈਆਂ। ਇਹਨਾਂ 75 ਸਾਲਾਂ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਵੀ 2 ਵਾਰ ਪ੍ਰਧਾਨ ਮੰਤਰੀ ਬਣੇ ਆ, ਜਿਹੜੇ ਇਹਨਾਂ ਦੇ ਆਈਡੀਅਲ ਰਹੇ ਨੇ ਨਰਿੰਦਰ ਮੋਦੀ ਦੇ। ਤੇ ਇਹਨਾਂ 75 ਸਾਲਾਂ ਦੇ ਵਿੱਚ 8 ਸਾਲ ਜਿਹੜੇ ਨਰਿੰਦਰ ਮੋਦੀ ਦੇ ਵੀ ਸ਼ਾਮਲ ਹੈ। ਸੋ ਕਿੰਨਾ ਜੇ ਕਾਂਗਰਸ ਜ਼ਿੰਮੇਵਾਰ ਹੈ, ਠੀਕ ਹੈ, ਅਸੀਂ ਵੀ ਮੰਨ ਲਿਆ। ਤੇ ਉਹਦੇ ਪੈਰਲਲ ਤੁਸੀਂ ਕਿੰਨਾ ਰਾਜ ਪ੍ਰਬੰਧ ਦੇ ਦਿੱਤਾ ਕਿ ਤੁਹਾਡੇ ਕੋਲ ਇਹ ਕੁਝ ਦੱਸਣ ਲਈ ਹੈ ਵੀ ਤੁਸੀਂ ਕੀ ਕੀਤਾ। ਉਹਨਾਂ ਨੇ ਤਾਂ ਕਰਤਾ, ਅਸੀਂ ਮੰਨਦੇ ਹਾਂ, ਤੁਸੀਂ ਇਹਦਾ ਵੀ ਕੋਈ ਜਵਾਬ ਨਹੀਂ ਹੈ ਜੀ। ਨਹੀਂ, ਉਹ ਕਹਿੰਦੇ ਆ ਜੀ ਸਭ ਕੁਝ ਅਸੀਂ ਕੀਤਾ, ਮੋਦੀ ਰਾ ਆਇਆ ਤੇ ਉਹਦੇ ਵਿੱਚ ਸਾਰਾ ਕੁਝ ਹੀ ਜਿਹੜਾ ਉਹ ਠੀਕ ਹੋ ਗਿਆ। ਸੰਘਵਾਦ ਜਿਹੜਾ ਭਾਰਤ ਦਾ, ਉਹਨੂੰ ਵੀ ਅਸੀਂ ਬੜਾ ਪ੍ਰਫੁੱਲਤ ਕੀਤਾ। ਉਲਟਾ ਕੀਤਾ ਇਹ ਕਿ ਇੱਕ ਨੇਸ਼ਨ ਇੱਕ ਵਾਲੀ ਥਿਊਰੀ ਦੇ ਉੱਤੇ ਸਾਰਾ ਕੁਝ ਹੀ ਉਹਨਾਂ ਨੇ ਗੜਬੜਾ ਦਿੱਤਾ। ਸਟੇਟਾਂ ਦੇ ਅਧਿਕਾਰ ਖੋਹ ਲਏ, ਸਟੇਟਾਂ ਨੂੰ ਤੋੜਨ ਦਾ ਹੱਕ ਆਪਣੇ 'ਚ ਲੈ ਲਿਆ। ਜਿਹਨੂੰ ਮਰਜ਼ੀ ਯੂਟੀ ਬਣਾ ਦੇਣ, ਜਿਹਨੂੰ ਮਰਜ਼ੀ ਸਟੇਟ ਰਹਿਣ ਦੇਣ, ਜਿਹੜੇ ਮਰਜ਼ੀ CM ਦੇ ਅਧਿਕਾਰ ਉਹ ਖੋਹ ਲੈਣ ਤੇ ਉਹਨੂੰ ਲੀਗਲ ਵੀ ਬਣਾ ਲੈਣ ਬਾਅਦ 'ਚ ਆਪਣੇ ਬਹੁਮਤ ਦੇ ਜ਼ੋਰ ਦੇ ਨਾਲ। ਪਰ ਦੂਜੇ ਪਾਸੇ ਕਹੀ ਜਾਂਦੇ ਆ ਕਿ ਫੈਡਰਲਿਜ਼ਮ ਦਾ ਸਭ ਤੋਂ ਵਧੀਆ ਰੂਪ ਅਸੀਂ ਦਿੱਤਾ। ਤੇ ਇੱਕ ਜਿਹੜਾ ਬਜਟ ਪੇਸ਼ ਕਰਦੇ ਆ, ਨਿਰਮਲਾ ਸੀਤਾਰਮਨ ਨੇ ਸ਼ਬਦ ਵਰਤੇ ਸੀਗੇ। ਮੈਂ ਇੱਕ ਵੱਡੇ ਜਰਨਲਿਸਟ ਨੂੰ ਸੁਣ ਰਿਹਾ ਸੀ, ਜੋ ਕੁਝ ਜੇਤਲੀ ਸਾਹਿਬ, ਮੈਨੂੰ ਲੱਗਦਾ ਭਾਸ਼ਣ ਵੀ ਪੁਰਾਣੇ ਹੀ ਲਿਖੇ ਚੁੱਕ ਕੇ ਦੁਬਾਰਾ ਪੜ੍ਹ ਦਿੰਦੇ ਆ ਕਿ ਜਿਹੜਾ ਭਾਰਤ ਆ ਹੁਣ ਅੰਮ੍ਰਿਤ ਯੁੱਗ ਵਿੱਚ ਸ਼ਾਮਲ ਹੋ ਚੁੱਕਾ। ਜਿਹੜਾ ਆਹ ਬਜਟ ਆਇਆ ਉਹਨੇ ਇੱਕ ਕਿਸਮ ਦਾ ਭਾਰਤ ਵਿੱਚ ਪੂਰੇ 'ਚ ਅੰਮ੍ਰਿਤ ਦਾ ਛਿੜਕਾਅ ਕਰ ਦੇਣਾ। ਮਤਲਬ ਇਹੋ ਸ਼ਬਦ ਜੇਤਲੀ ਹਰਾਂ ਦੇ ਉਹਨਾਂ ਕੱਢ ਕੇ ਲਿਆਂਦੇ, ਉਹੀ ਸ਼ਬਦ ਜਿਹੜੇ ਆ ਉਹ ਨਿਰਮਲਾ ਸੀਤਾਰਮਨ ਵਰਤ ਰਹੇ ਆ। ਯਾਨੀ ਕਿ ਜਿਹੜਾ ਲਿਖਾਉਂਦੇ ਕਰਦੇ ਆ, ਮੈਨੂੰ ਲੱਗਦਾ ਉਹ ਵੀ ਇਹਨਾਂ ਪੱਕੇ ਬੰਦੇ ਰੱਖੇ, ਉਹਨਾਂ ਕੋਲ ਲਿਖਾ ਲੈਂਦੇ ਆ। ਇਹ ਤਾਂ ਗੱਲ ਤਾਂ ਸਿੰਪਲ ਜਿਹੀ ਆ ਜੀ। ਇਹ ਕੀ ਕਰਦੇ ਆ, ਮਤਲਬ ਮੈਂ ਸ਼ਾਇਦ ਅੱਗੇ ਵੀ ਗੱਲ ਕਰਦੇ ਆ, ਮਜ਼ਾਕ 'ਚ ਗੱਲ ਕਹੀ ਸੀ, ਬਸ ਨਾ ਹੀ ਬਦਲਦੇ ਆ ਤੇ ਬਾਕੀ ਟੈਕਸਟ ਸਾਰਾ ਚੱਕ ਲੈਂਦੇ ਆ। ਉਹੀ ਥੋੜੇ ਬਹੁਤ ਜਿਹੜੀਆਂ ਸਥਿਤੀਆਂ ਦੇ ਮੁਤਾਬਕ ਜਿਹੜਾ ਉਹ ਕੁਝ ਚੀਜ਼ਾਂ ਜਿਹੜੀਆਂ ਬਦਲ ਦਿੰਦੇ ਆ। ਬਾਕੀ ਉਹ ਕਿਉਂਕਿ ਉਹ ਆਫੀਸ਼ੀਅਲਸ ਵੀ ਉਹੀ ਹੁੰਦੇ ਆ, ਸਾਰਾ ਕੁਝ ਸਟਾਫ ਵੀ ਉਹੀ ਹੁੰਦਾ, ਉਹ ਚੱਕ ਕੇ, ਕਿਉਂਕਿ ਨਵਾਂ ਕੰਮ ਕਿਹਨੇ ਕਰਨਾ ਇੱਥੇ, ਕੌਣ ਸਿਰਦਰਦੀ ਲੈਂਦਾ, ਕਿਉਂਕਿ ਕੱਢਣ ਪਾਉਣ ਨੂੰ ਤਾਂ ਕੁਝ ਹੁੰਦਾ ਨਹੀਂ। ਫਿਗਰਸ ਜਿਹੜੀਆਂ ਉਹੀ ਬਦਲਦੇ ਆ, ਬਾਕੀ ਸਾਰਾ ਕੁਝ ਜਿਹੜਾ ਉਹੀ ਚੱਕ ਚੁੱਕ ਕੇ ਛਾਪ ਦਿੰਦੇ ਆ, ਜਿੱਦਾਂ ਸਿਹਰਾਬੰਦੀ ਹੁੰਦੀ ਹੈ, ਬਾਕੀ ਕੁਝ ਨਹੀਂ ਹੁੰਦਾ। ਤੇ ਇਸ ਕਰਕੇ ਓਵਰਆਲ ਭਾਰਤ ਦੇ ਚਾਹੇ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਹੈ, ਜਾਂ ਉਸ ਤੋਂ ਪਹਿਲਾਂ ਅਰੁਣ ਜੇਤਲੀ ਰਹੇ ਹੋਣਗੇ, ਜਾਂ ਉਸ ਤੋਂ ਪਹਿਲਾਂ ਤੁਹਾਨੂੰ ਨਰਸਿਮਹਾ ਰਾਓ ਸਰਕਾਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸੀਗੇ। ਸੋ ਇਹ ਸਾਰੇ ਜਿਹੜੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਇੱਕ ਪੂਰੀ ਲੰਮੀ ਫੇਰਿਸਤ ਹੈ, ਇੱਕ ਲੜੀ ਹੈ, ਉਦਾਂ ਹੀ ਚੱਲੀ ਜਾਂਦਾ ਸਾਰਾ ਕੁਝ। ਸਿਰਫ ਅੰਕੜੇ ਜਿਹੜੇ ਬਦਲਦੇ ਆ, ਬਾਕੀ ਲਫ਼ਜ਼ਕਾਰੀ ਤੇ ਜਿਹੜੇ ਬਾਕੀ ਚੀਜ਼ਾਂ ਜਿਹੜੀਆਂ ਲਗਭਗ ਉਦਾਂ ਦੀਆਂ ਹੁੰਦੀਆਂ, ਉਹੀ ਕੁਝ ਅਸੀਂ ਭੁਗਤ ਰਹੇ ਹਾਂ।
ਸੋ ਦੇਖ ਲੈਂਦੇ ਆ ਕਿੰਨਾ ਕੁ ਅਸੀਂ ਅੰਮ੍ਰਿਤ ਯੁੱਗ ਦੇ ਵਿੱਚ ਚਲੇ ਗਏ ਆ, ਕਿੰਨੇ ਕੁ ਨਹੀਂ ਗਏ ਆ। ਹਾਲਾਤ ਤਾਂ ਜਿਹੜੇ ਆ ਬਿਲਕੁਲ ਉਹਦੇ ਉਲਟ ਹੈ, ਲਫ਼ਜ਼ਾਂ ਦੇ ਜੋ ਲਫ਼ਜ਼ ਉਹ ਪੇਸ਼ ਕਰ ਰਹੇ ਨੇ ਉਹਦੇ ਉਲਟ ਨੇ ਸਾਡੇ ਐਕਚੁਅਲ ਜਿਹੜੀ ਸਾਡੀ ਸਿਚੁਏਸ਼ਨ ਹੈ ਜੀ। ਅੱਛਾ ਦਸਾਂਝ ਸਾਹਿਬ, ਵੈਸੇ ਕਿਸਾਨ ਇੱਕ ਪਾਸੇ ਤੇ ਕਹਿੰਦੇ ਸੀਗੇ ਕਿ ਅਸੀਂ ਆਪਣੇ ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਬਣਾਓ, ਮੰਗ ਸੀ ਵੱਡੀ ਕਿਸਾਨ ਮੋਰਚੇ ਦੀ ਵੀ, ਤੇ ਉਸ ਤੋਂ ਪਹਿਲਾਂ ਤੋਂ ਮੰਗ ਉੱਠ ਰਹੀ ਆ। ਇੱਕ ਪਾਸੇ ਉਹਨਾਂ ਕੁਝ ਲੋਕਾਂ ਕੋਲ ਐਫੀਡੈਵਿਟ ਵੀ ਦਵਾਏ ਨੇ ਕਿ ਜੇ ਕੰਮ ਨਹੀਂ ਕਰਾਂਗੇ ਤੇ ਉਹ ਵਾਪਸ ਹੋ ਜਾਣਗੇ। ਰੀਕਾਲ ਵਰਗੀ ਗੱਲ ਬੜੀ ਮਾਡਰਨ ਜੀ ਗੱਲ ਲੱਗਦੀ, ਚੰਗੀ ਵੀ ਲੱਗਦੀ ਆ। ਦੂਜੇ ਪਾਸੇ ਉਹਨਾਂ ਆਪਣੇ ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਕਿਹਾ, ਉਹਨਾਂ ਨੇ ਕਰਾਰਨਾਮਾ ਕਿਹਾ ਆ। ਮੈਨੀਫੈਸਟੋ ਸਾਰੀਆਂ ਪਾਰਟੀਆਂ ਕਹਿੰਦੀਆਂ ਅਸੀਂ ਆਹ ਕਰਾਰ ਕਰਦੇ ਹਾਂ, ਆਹ ਵਾਅਦੇ ਕਰਦੇ ਹਾਂ, ਤੇ ਕਰਾਰਨਾਮਾ ਤੇ ਵਾਅਦਾ ਕਰਨ 'ਚ ਕੀ ਫਰਕ ਹੁੰਦਾ? ਮਤਲਬ ਉਹਨੂੰ ਵੱਖਰਾ ਕਰਾਰਨਾਮਾ ਦੇਖੋ ਮੈਂ ਵੀ ਸਮਝਦਾ ਕਿ ਜੀ, ਦੇਖੋ ਮੈਂ ਵੀ ਸਮਝਦਾ ਕਿ ਉਹਨਾਂ ਨੂੰ, ਮੈਨੂੰ ਲੱਗਦਾ ਇਹ ਬੜਾ ਮਹੱਤਵਪੂਰਨ ਸੀ। ਦੇਖੋ ਦੇਰ ਸ਼ਾਮ ਇਹ ਖਬਰ ਆਈ ਹੈ ਕਿ ਉਹਨਾਂ ਨੇ ਆਪਣਾ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਚੰਡੀਗੜ੍ਹ ਦੇ ਵਿੱਚ ਪੁਲਿਸ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ। ਇੱਕ ਸਟੈਪ ਹੋਰ ਅੱਗੇ ਉਹ ਜੇ ਜਾਂਦੇ ਤਾਂ ਇਹਨੂੰ ਲੀਗਲ ਡਾਕੂਮੈਂਟ ਦੇ ਤੌਰ ਤੇ ਪੇਸ਼ ਕਰਦੇ ਤਾਂ ਮੈਨੂੰ ਲੱਗਦਾ ਕਿ ਬਹੁਤ ਚੰਗੀ ਗੱਲ ਹੋਣੀ ਸੀ। ਅਸੀਂ ਉਮੀਦ ਵੀ ਇਹੀ ਕਰਦੇ ਹਾਂ ਵੀ ਹੋ ਸਕਦਾ ਹਾਲੇ ਸਿਰਫ ਜਾਰੀ ਕੀਤਾ ਹੋਵੇ, ਇੱਕ ਅੱਧੇ ਦਿਨ ਦੇ ਵਿੱਚ ਇਹਦੇ ਬਾਰੇ ਉਹ ਅਨਾਉਂਸਮੈਂਟ ਕਰਨ ਵੀ ਅਸੀਂ ਬਕਾਇਦਾ ਉਹਨੂੰ ਲੀਗਲ ਡਾਕੂਮੈਂਟ ਦੇ ਤੌਰ ਦੇ ਉੱਤੇ ਤਸੱਵਰ ਕਰ ਲਿਆ, ਜਾਂ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਉਹਦੇ ਤੇ ਜਿਹੜੀ ਆ ਮੋਹਰ ਲਾ ਦਿੱਤੀ ਗਈ ਹੈ। ਤੇ ਹੋਣਾ ਚਾਹੀਦਾ ਹੈ। ਦੇਖੋ ਜੇ ਤੁਸੀਂ ਇੱਕ ਜਿਹੜੀਆਂ ਵੱਖਰਾ ਸੰਸਥਾਵਾਂ ਸਪੋਰਟ ਕਰਦੀਆਂ ਨੇ, ਜੂਸ ਦਾ ਪੰਜਾਬ ਵਗੈਰਾ, ਪ੍ਰੋਫੈਸਰ ਮਨਜੀਤ ਸਿੰਘ ਹੀਰੀ ਜਿਹੜੇ ਇਸ ਗੱਲ ਦਾ ਦਮ ਭਰਦੇ ਸੀ ਲੰਬੇ ਸਮੇਂ ਤੋਂ, ਉਹ ਨਾਲ ਬੈਠੇ ਆ, ਤੇ ਉਹਨਾਂ ਲੋਕਾਂ ਨੂੰ ਚਾਹੀਦਾ ਸੀਗਾ ਕਿ ਫਿਰ ਉਹਨਾਂ ਨੂੰ ਪ੍ਰੇਰਦੇ ਕਿ ਭਾਈ ਆਪਾਂ ਤਾਂ ਇਹ ਵਾਅਦੇ ਕੀਤੇ ਸੀ, ਇਹ ਕਰੋ ਹੁਣ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੇ ਮੈਂ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਗੱਲ ਤੇ ਜੇ ਕੋਸ਼ਿਸ਼ ਕਰੂੰਗਾ ਅੱਜ ਹੀ ਜਿਹੜੀ ਜਿੰਨੇ ਕੁ ਮੇਰੇ ਸੰਪਰਕ ਹੈਗੇ ਸੰਯੁਕਤ ਸਮਾਜ ਮੋਰਚੇ ਜਿਹੜੇ ਲੋਕ ਆ ਉਹਨਾਂ ਨਾਲ ਗੱਲ ਕਰਨ ਦੀ। ਵੈਸੇ ਤਾਂ ਬਲਵੀਰ ਸਿੰਘ ਰਾਜੇਵਾਲ ਨਾਲ ਵੀ ਇੱਕ ਦਿਨ ਗੱਲ ਹੋਈ ਸੀ ਜਦੋਂ ਸ਼ੁਰੂ ਦੇ ਵਿੱਚ ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਤੇ ਉਦੋਂ ਵੀ ਇਸ ਪਾਸੇ ਗੱਲ ਚੱਲੀ ਸੀ ਥੋੜੀ ਜਿਹੀ, ਪਰ ਹੁਣ ਫੇਰ ਤੋਂ ਗੱਲ ਕਰਨੀ ਚਾਹੀਦੀ ਆ, ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜਿਹਦੇ ਵੀ ਕੋਈ ਸੰਬੰਧ ਹੋਣ, ਵੀ ਤੁਸੀਂ ਕੋਈ ਵੱਖਰੇ ਲਾਜ਼ਮੀ ਤੌਰ ਤੇ ਦਿਸੋਗੇ ਜੇ ਤੁਸੀਂ ਇਹਨੂੰ ਲੀਗਲ ਡਾਕੂਮੈਂਟ ਦੇ ਤੌਰ ਦੇ ਉੱਤੇ ਲੈ ਕੇ ਆਓਗੇ ਤੇ ਲੋਕਾਂ 'ਚ ਗੱਲ ਜਾਏਗੀ ਵੀ ਇਹ ਬੰਦੇ ਸੱਚਮੁੱਚ ਜਵਾਬਦੇਹ ਹੈ, ਤੇ ਇਹ ਹੋਣਾ ਚਾਹੀਦਾ। ਦੇਖੋ ਉਹਨਾਂ ਨੇ ਨਹੀਂ ਕੀਤਾ ਤੇ ਕਿਉਂ ਨਹੀਂ, ਹਾਲੇ ਉਹਨਾਂ ਨੇ ਇਮੀਡੀਏਟ ਇਹਨੂੰ ਕਿਉਂ ਨਹੀਂ ਕੀਤਾ? ਜਾਂ ਟੈਕਨੀਕਲ ਕੋਈ ਪ੍ਰੋਬਲਮ ਹੈ ਜਾਂ ਲੀਗਲ ਕੋਈ ਪ੍ਰੋਬਲਮ ਹੈ, ਜਾਂ ਫਿਰ ਉਹਨੂੰ ਸਪਸ਼ਟ ਕਰਨਾ ਚਾਹੀਦਾ, ਜਾਂ ਉਹਨੂੰ ਇਹ ਕਹਿਣਾ ਹੀ ਚਾਹੀਦਾ ਵੀ ਅਸੀਂ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਜਾ ਰਹੇ ਹਾਂ। ਵੀ ਉਹਦੇ ਕੋਈ ਹੋ ਸਕਦਾ ਵੀ ਇੱਕ ਦੋ ਜਿਹੜੇ ਕਹਿ ਲਓ ਦਿਨ ਲੱਗ ਸਕਦੇ ਆ, ਉਹਦੇ 'ਚ ਕੋਈ ਟੈਕਨੀਕਲ ਪ੍ਰੋਬਲਮ ਹੋ ਸਕਦੀ ਹੈ, ਅਸੀਂ ਦੂਰ ਕਰ ਲੈਂਦੇ ਹਾਂ ਜੀ ਬੜੀ ਛੇਤੀ, ਇਹਨੂੰ ਅਸੀਂ ਇੱਕ ਕਾਨੂੰਨੀ ਦਸਤਾਵੇਜ਼ ਦਾ ਰੂਪ ਦਿਆਂਗੇ। ਇਸ ਗੱਲ ਤੇ ਆਉਣਾ ਚਾਹੀਦਾ। ਬਹੁਤ ਸਾਰੀਆਂ ਹੋਰ ਚੰਗੀਆਂ ਗੱਲਾਂ ਵੀ ਨੇ ਜੀ। ਉਹ 'ਚ ਉਹਨਾਂ ਕਿਹਾ ਕਿ ਇੱਕ ਅਸੀਂ ਹਿਸਾਬ ਕਿਤਾਬ ਕਮਿਸ਼ਨ ਬਿਠਾਵਾਂਗੇ ਜਿਹੜਾ ਸਾਰੇ ਹੁਣ ਤੱਕ ਦੇ ਲੀਡਰਾਂ ਦੀਆਂ ਬਣੀਆਂ ਜਾਇਦਾਦਾਂ ਨੇ ਉਹਨਾਂ ਦੀ ਹਿਸਾਬ ਕਿਤਾਬ ਕਰਾਂਗੇ, ਨਜਾਇਜ਼ ਜਿਹੜੀਆਂ ਹੈਗੀਆਂ ਉਹ ਜ਼ਬਤ ਕਰਾਂਗੇ। ਇੱਦਾਂ ਦੀਆਂ ਖਬਰਾਂ ਤੇ ਆ ਰਹੀਆਂ ਨੇ, ਅੱਗੇ ਜਾ ਕੇ ਕੀ ਹੁੰਦਾ ਇਹ ਪਤਾ ਨਹੀਂ। ਪਰ ਇੱਕ ਖਬਰ ਜਾਂਦੇ ਜਾਂਦੇ ਦੱਸ ਦਿਓ, ਕਹਿੰਦੇ ਸੀ ਕਿ ਦੁਬਾਰਾ ਜਿਹੜਾ ਈਡੀ ਵੱਲੋਂ ਲਿਆ ਜਾ ਰਿਹਾ ਵਾ ਹਨੀ ਦਾ ਆਪਣਾ ਰਿਮਾਂਡ, ਉਹ ਸ਼ਾਇਦ ਨਾ ਮਿਲੇ, ਪਰ 3 ਦਿਨ ਦਾ ਰਿਮਾਂਡ ਹੋਰ ਮਿਲ ਗਿਆ। ਤੇ ਜੇ ਕਿਤੇ ਪ੍ਰੈਸ਼ਰ ਰਿਹਾ ਈਡੀ ਦੇ ਉੱਤੇ ਤੇ ਹਨੀ ਕੋਲੋਂ ਉਹਨਾਂ ਨੇ ਇਹ ਉਗਲਵਾ ਲਿਆ ਕਿ ਇਹ ਪੈਸੇ ਚਰਨਜੀਤ ਚੰਨੀ ਹੋਰਾਂ ਦਾ ਵੀ ਹਿੱਸਾ ਸੀ, ਜਿਵੇਂ ਉਹਨੇ ਕਹਿ ਹੀ ਦਿੱਤਾ ਕਿ ਅਫਸਰਾਂ ਦੀਆਂ ਭਰਤੀਆਂ ਦੇ ਉੱਤੇ ਜਾਂ ਟਰਾਂਸਫਰਾਂ ਦਾ ਪੈਸਾ ਆ, ਤੇ ਜੇ ਇਹਦਾ ਕੋਈ ਪ੍ਰੂਫ ਉਹਨਾਂ ਦੇ ਹੱਥ ਲੱਗ ਗਿਆ ਤੇ ਫਿਰ ਕੀ ਬਣੂਗਾ ਚੰਨੀ ਦਾ ਤੇ ਕਾਂਗਰਸ ਦਾ? ਦੇਖੋ ਗੱਲ ਇਹ ਆ ਵੀ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਇਦਾਂ ਦੇ ਮਾਮਲੇ ਨੇ ਇਹਦੇ ਵਿੱਚ ਦੇਖੋ ਇਨਵੋਲਵਮੈਂਟ ਤਾਂ ਹੁੰਦੀ ਆ, ਆਪਾਂ ਨੂੰ ਪਤਾ ਵੀ ਅਸੀਂ ਕਿਸੇ ਦਾ ਨਾਂ ਨਹੀਂ ਲੈ ਰਹੇ, ਅਸੀਂ ਕਿਸੇ ਤੇ ਦੋਸ਼ ਵੀ ਨਹੀਂ ਲਾ ਰਹੇ, ਪਰ ਇਹ ਗੱਲ ਆਪਾਂ ਨੂੰ ਪਤਾ ਹੈ ਕਿ ਇਦਾਂ ਦੇ ਜਿਹੜੇ ਧੰਦੇ ਆ ਇਹ ਵੱਡੇ ਸਿਆਸੀ ਜਿਹੜੇ ਧਰੰਤਰ ਹੈਗੇ ਉਹਨਾਂ ਦੀ ਸਰਪ੍ਰਸਤੀ ਤੋਂ ਬਿਨਾਂ ਹੁੰਦੇ ਨੇ। ਜਿਹੜੇ ਲੋਕ ਸਰਕਾਰ 'ਚ ਆ ਉਹਨਾਂ ਸਰਕਾਰ ਦੇ ਵਿੱਚ ਬੈਠੇ ਲੋਕ ਬਹੁਤ ਸਾਰੇ ਜਿਹੜੇ ਆ ਇਹ 'ਚ ਇਨਵੋਲਵਮੈਂਟ। ਲੱਗਦਾ ਮੇਰਾ ਚਾਰਜ ਵੀ ਲਗਭਗ ਖਤਮ ਹੋਣ ਵਾਲਾ, ਮੈਂ ਲਾਸਟ ਗੱਲ ਨਾ ਕਿਉਂਕਿ ਲਾਈਟ ਜਿਹੜੀ ਆ ਡਾਊਨ ਚੱਲ ਗਈ ਆ। ਇੱਕ ਸੈਕਿੰਡ ਹਾਂਜੀ, ਰੋਸ਼ਨੀ ਚਲੀ ਗਈ ਹੈ ਲਗਭਗ ਮੇਰੇ ਵਾਲੇ ਪਾਸੋਂ, ਪਰ ਮੈਂ ਲਾਸਟ ਗੱਲ ਖਤਮ ਕਰਦੇ ਹਾਂ ਜੀ। ਗੱਲ ਪੂਰੀ ਕਰ ਲਓ ਜੇ ਕਰ ਸਕਦੇ ਹੋ ਤਾਂ, ਨਹੀਂ ਹਾਂਜੀ ਮੈਂ ਬਿਲਕੁਲ ਲਾਸਟ ਗੱਲ ਕਰ ਰਿਹਾ। ਦੇਖੋ ਇਸ ਮੌਕੇ ਦੇ ਉੱਤੇ ਜੋ ਵੀ ਮਰਜ਼ੀ ਉਹਦੇ ਤੋਂ ਘਾ ਲਿਆ ਜਾਏ, ਮੇਰਾ ਮੰਨਣਾ ਹੈ ਵੀ ਚਰਨਜੀਤ ਸਿੰਘ ਚੰਨੀ ਨੂੰ ਇਹਦਾ ਲਾਭ ਹੀ ਹੋਣਾ, ਨੁਕਸਾਨ ਨਹੀਂ ਹੋਣਾ, ਕਿਉਂਕਿ ਇੱਕ ਨੈਰੇਟਿਵ ਸੈੱਟ ਹੋ ਜਾਂਦਾ ਵੀ ਹਾਂ ਵੀ ਇਹ ਬੰਦਾ ਆਇਆ ਤੇ ਇਸ ਬੰਦੇ ਦਾ ਰਸਤਾ ਰੋਕਣ ਵਾਸਤੇ ਪਲਾਨਡ ਤਰੀਕੇ ਦੇ ਨਾਲ ਕੁਝ ਨਾ ਕੁਝ ਜਿਹੜਾ ਆ ਉਹਦੇ ਖਿਲਾਫ ਇੱਕ ਸਾਜ਼ਿਸ਼ਾਨਾ ਤਰੀਕੇ ਨਾਲ ਕੀਤਾ ਜਾ ਰਿਹਾ।
ਮਤਲਬ ਜਿਹੜੀ ਇਹਨੇ ਇਹ ਗੱਲ ਕਹੀ ਵੀ ਹੈ ਕਿ ਉਹਨੇ 10 ਕਰੋੜ ਰੁਪਏ ਕਬੂਲ ਕਰ ਲਏ, ਉਹਦੀ ਕੋਈ ਹੋਰ ਕਿਸੇ ਪਾਸੋਂ ਕੋਈ ਪੁਸ਼ਟੀ ਨਹੀਂ ਹੋਈ। ਮਤਲਬ ਈਡੀ ਦੇ ਕਹਿਣ ਦੇ ਨਾਲ ਥੋੜ੍ਹਾ ਗੱਲ ਬਣ ਜਾਂਦੀ ਹੈ, ਗਾਂ ਅਦਾਲਤ ਦੇ ਵਿੱਚ ਜਦੋਂ ਗੱਲ ਜਾਏਗੀ ਉੱਥੇ ਉਹ ਗੱਲ ਕਬੂਲ ਕਰਦਾ ਜਾਂ ਨਹੀਂ ਕਰਦਾ। ਮਤਲਬ ਇਹ ਈਡੀ ਕਹਿ ਰਹੀ ਹੈ ਨਾ ਵੀ ਉਹਨੇ ਕਬੂਲ ਕਰ ਲਿਆ 10 ਕਰੋੜ ਰੁਪਏ ਦਾ ਵੀ ਕੈਸ਼, ਹਾਂ ਜਿਹੜਾ ਇਹ ਅਫਸਰਾਂ ਦੀ ਤਬਾਦਲੇ ਦੀ ਸੀ ਜਾਂ ਜਿਹੜਾ ਰੇਤੇ ਦੀ ਮਾਈਨਿੰਗ ਦਾ ਸੀਗਾ, ਠੀਕ ਹੈ ਨਾ ਜੀ। ਈਡੀ ਹੋਰ ਵੀ ਬਹੁਤ ਕੁਝ ਕਹਿ ਸਕਦੀ ਹੈ, ਕਿਉਂਕਿ ਕੇਂਦਰੀ ਏਜੰਸੀਆਂ ਨੂੰ ਜਿੱਦਾਂ ਮਿਸਯੂਜ਼ ਕੀਤਾ ਜਾ ਰਿਹਾ, ਉਹਦੇ 'ਚ ਕੁਝ ਵੀ ਕਹਾਇਆ ਜਾ ਸਕਦਾ ਕਿਸੇ ਤੋਂ ਵੀ। ਐਕਚੁਅਲ ਤਾਂ ਅਦਾਲਤ ਵਿੱਚ ਜਾ ਕੇ ਪਤਾ ਲੱਗੇਗਾ ਵੀ ਹਾਂ ਉਹ ਕੀ ਕਹਿ ਰਿਹਾ ਤੇ ਬਾਕੀ ਕੀ ਕਹਿ ਰਹੇ ਨੇ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਤਸਵੀਰ ਦੇ ਦੋਨੇ ਪਾਸੇ ਨੇ, ਇੱਕ ਪਾਸੇ ਕੇਂਦਰ ਦਾ ਜਿਹੜਾ ਏਜੰਸੀਆਂ ਨੂੰ ਵਰਤਣਾ ਬਹੁਤ ਵੱਡਾ ਇੱਕ ਮਿਸਾਲ ਹੈ, ਪਰ ਦੂਜੇ ਪਾਸੇ ਨਾਲ ਦੀ ਨਾਲ ਇਹ ਉਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਕਿ ਇਹ ਲੋਕ ਜਿਹੜੇ ਆ ਸਾਫ਼ ਸੁਥਰੇ ਆ ਤੇ ਆ। ਜੇ ਇੱਦਾਂ ਹੀ ਇਕੱਲੀਆਂ ਏਜੰਸੀਆਂ ਵਰਤੀਆਂ ਜਾ ਸਕਦੀਆਂ ਹੋਣ ਤੇ ਹੋਰ ਬਹੁਤ ਸਾਰੇ ਆ, ਫਿਰ ਰਾਜੇਵਾਲ ਨੂੰ ਵੀ ਅੰਦਰ ਕਰ ਦੇਣ, ਉਹ ਭਗਵੰਤ ਮਾਨ ਦੇ ਨੂੰ ਵੀ ਕਰ ਦੇਣ, 2 ਵਾਰੀ ਦੇ MMP ਨੇ, ਹੋਰ ਲੋਕ ਨੇ, ਉਹ ਕਹਿ ਵੀ ਰਹੇ ਨੇ ਕਿ ਸਾਡੇ ਤੇ ਈਡੀ ਕੱਢ ਲਏ ਕੇਸ ਜੇ ਕੋਈ ਆਇਆ ਤਾਂ। ਅਸਲ 'ਚ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਨਾ, ਜਿੱਥੇ ਅੱਗ ਹੋਵੇ ਉੱਥੇ ਹੀ ਧੂੰਆਂ ਨਿਕਲਦਾ, ਕੁਛ ਨਾ ਕੁਛ ਤੇ ਕਾਰਨ ਹੋਏਗਾ ਹੀ ਨਾ। ਬਿਲਕੁਲ, ਇਹ ਤਾਂ ਮੈਂ ਸ਼ੁਰੂ 'ਚ ਕਿਹਾ ਵੀ ਸੱਤਾ ਦੀ ਸਰਪ੍ਰਸਤੀ ਤੋਂ ਬਿਨਾਂ ਇਹ ਧੰਦੇ ਹੋ ਹੀ ਨਹੀਂ ਸਕਦੇ। ਬਹੁਤ ਬਹੁਤ ਸ਼ੁਕਰੀਆ ਦਸਾਂਝ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ, ਸ਼ੁਕਰੀਆ।